ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸੰਗਤ ਰੂਪ ਦੇ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ। ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਗੌੜੀ ਸੁਖਮਣੀ ਮਹੱਲੇ 5ਵੇਂ ਦੀ ਬਾਣੀ। 12 ਸ਼ਲੋਕ ਤੇ 12 ਅਸ਼ਟਪਦੀਆਂ ਆਪਾਂ ਵਿਚਾਰ ਲਈਆਂ ਹਨ। ਅੱਧੀ ਬਾਣੀ ਸੁਖਮਣੀ ਸਾਹਿਬ ਦੀ ਆਪਾਂ ਵਿਚਾਰ ਲਈ ਹੈ, ਅੱਧੀ ਬਾਣੀ ਬਾਕੀ ਹੈ। ਆਓ ਅੱਜ ਆਪਾਂ 13ਵਾਂ ਸ਼ਲੋਕ ਤੇ 13ਵੀਂ ਅਸ਼ਟਪਦੀ ਦੀ ਵਿਚਾਰ ਕਰਾਂਗੇ। ਜਿਵੇਂ ਕਿ ਆਪਾਂ ਕੱਲ ਵਿਚਾਰਿਆ ਸੀ ਕਿ ਜਿਹੜੇ ਪ੍ਰਭੂ ਦੀ ਸ਼ਰਨ ਦੇ ਵਿੱਚ ਰਹਿੰਦੇ ਨੇ, ਜਿਹੜੇ ਆਪਣੇ ਆਪ ਨੂੰ ਗਰੀਬ ਮਸਕੀਨ ਸਮਝਦੇ ਨੇ, ਉਹਨਾਂ ਨੂੰ ਮਾਲਕ ਨਿਵਾਰ ਲੈਂਦਾ ਹੈ। ਤੇ ਜਿਹੜੇ ਹੰਕਾਰੀ ਨੇ ਉਹ ਗਰਭ ਦੇ ਵਿੱਚ ਗਲਦੇ ਨੇ। ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ। ਹੁਣ ਉਸ ਪ੍ਰਭੂ ਦੀ ਸ਼ਰਨ ਦੇ ਵਿੱਚ ਜਿਹੜੇ ਮਸਕੀਨ ਹੋ ਕੇ ਜਾਂਦੇ ਨੇ, ਮਨ ਨੀਵਾਂ ਜਾਂਦਾ ਹੈ, ਪ੍ਰਭੂ ਦੀ ਸ਼ਰਨ ਜਾਂਦੇ ਨੇ, ਉਹਨਾਂ ਦਾ ਉਦਾਰ ਹੋ ਜਾਂਦਾ ਹੈ। ਤੇ ਜਿਹੜੇ ਹੰਕਾਰੀ ਨੇ ਉਹ ਗਰਭ 'ਚ ਗਲਦੇ ਨੇ। ਤੇ ਪ੍ਰਭੂ ਦੀ ਸ਼ਰਨ ਦੇ ਵਿੱਚ ਕਿਵੇਂ ਜਾਣਾ ਹੁੰਦਾ ਹੈ, ਇਸ ਸ਼ਲੋਕ ਦੇ ਵਿੱਚ ਸਮਝਾਉਂਦੇ ਨੇ। ਸੰਤ ਸਰਨ ਜੋ ਜਨ ਪਰੇ, ਸੰਤ ਸਰਨ ਜੋ ਜਨ ਪਰੈ, ਸੋ ਜਨ ਉਦਰਨ ਹਾਰ। ਪ੍ਰਭੂ ਦੀ ਸ਼ਰਨ ਦੇ ਵਿੱਚ ਜਾਣ ਤੋਂ ਪਹਿਲਾਂ ਸੰਤਾਂ ਦਾ ਸੰਗ ਕਰਨਾ ਹੁੰਦਾ ਹੈ। ਪਹਿਲਾਂ ਅਸੀਂ ਸੰਤ ਦੀ ਸ਼ਰਨ ਵਿੱਚ ਜਾਂਦੇ ਹਾਂ। ਕੋਈ ਸਮਾਂ ਸੀ ਜੀਵ ਚੱਲ ਕੇ ਜਿੱਥੇ ਸੰਤ ਰਹਿੰਦੇ ਸੀ ਚੱਲ ਕੇ ਜਾਂਦੇ ਸੀ। ਕੋਈ ਸਰੀਰ ਸੰਤ ਨਹੀਂ ਹੈ, ਇੱਕ ਮਨ ਦੀ ਅਵਸਥਾ ਹੈ। ਜਿਨ੍ਹਾਂ ਦੇ ਮਨ ਦੀ ਅਵਸਥਾ ਸੀ ਉਹਨਾਂ ਦੇ ਕੋਲ ਚੱਲ ਕੇ ਜਾਂਦੇ ਸੀ। ਪਰ ਜਿਵੇਂ ਆਪਾਂ ਅੱਜ ਦੇਖਦੇ ਹਾਂ, ਅੱਜ ਸਾਇੰਸ ਦਾ ਯੁੱਗ ਹੈ, ਮੀਡੀਆ ਦਾ ਜ਼ਮਾਨਾ ਹੈ। ਅੱਜ ਸਾਨੂੰ ਸਰੀਰ ਕੋਲ ਜਾਣ ਦੀ ਲੋੜ ਨਹੀਂ ਹੈ, ਗਿਆਨ ਲੈਣ ਦੀ ਲੋੜ ਹੈ। ਜਿਵੇਂ ਆਪਾਂ ਫੇਸਬੁੱਕ 'ਤੇ ਬੈਠੇ ਹਾਂ, ਇੱਥੇ ਬੈਠੇ ਹੀ ਆਪਾਂ ਪ੍ਰਭੂ ਦੀ ਸ਼ਰਨ ਵਿੱਚ ਜਾ ਸਕਦੇ ਹਾਂ ਗਿਆਨ ਲੈ ਕੇ, ਕਿਉਂਕਿ ਗਿਆਨ ਦੀ ਸੰਗਤ ਕਰਨੀ ਹੈ। ਗਿਆਨ ਹੀ ਸਾਨੂੰ ਮਾਲਕ ਦੀ ਸ਼ਰਨ ਵਿੱਚ ਲੈ ਜਾਂਦਾ ਹੈ। ਇਸ ਕਰਕੇ ਜਿਹੜੇ ਜੀਵ ਗਿਆਨ ਲੈਂਦੇ ਨੇ, ਕਿਹੜਾ ਗਿਆਨ? ਗੁਰ ਦਾ ਗਿਆਨ। ਜਦ ਸੰਤਾਂ ਦਾ ਸੰਗ ਹੁੰਦਾ ਹੈ, ਸੰਤ ਸਾਨੂੰ ਗਿਆਨ ਦਿੰਦੇ ਨੇ ਗੁਰ ਦਾ, ਕਿ ਕਿਵੇਂ ਆਪਾਂ ਪ੍ਰਭੂ ਦੀ ਸ਼ਰਨ ਵਿੱਚ ਜਾਣਾ ਹੈ। ਜਿਹੜੇ ਜੀਵ ਉਹ ਗਿਆਨ ਲੈ ਲੈਂਦੇ ਨੇ, ਸ਼ਰਨ ਵਿੱਚ ਚਲੇ ਜਾਂਦੇ ਨੇ, ਉਹਨਾਂ ਦਾ ਉਦਾਰ ਹੋ ਜਾਂਦਾ ਹੈ। ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਜਿਹੜੇ ਸੰਤ ਜਨਾਂ ਦੀ ਨਿੰਦਾ ਕਰਦੇ ਨੇ, ਉਹਨਾਂ ਨੂੰ ਬਾਰ-ਬਾਰ ਸੰਸਾਰ ਦੇ ਵਿੱਚ ਆਉਣਾ ਪੈਂਦਾ ਹੈ, ਜੂਨਾਂ ਦੇ ਵਿੱਚ ਆਉਣਾ ਪੈਂਦਾ ਹੈ। ਆਓ ਅਸ਼ਟਪਦੀ ਵਿਚਾਰਦੇ ਹਾਂ। ਸੰਤ ਕੈ ਦੂਖਨ ਆਰਜਾ ਕਟੈ। ਸੰਤਾਂ ਦਾ ਦੁੱਖ ਹੀ ਹੈ ਜਿਹੜਾ
ਜਿਹੜਾ ਸੰਤਾਂ ਦੇ ਨਾਲ ਵੈਰ ਕਰਦਾ ਹੈ, ਸੰਤਾਂ ਦੀ ਨਿੰਦਾ ਕਰਦਾ ਹੈ, ਉਹਦੀ ਆਰਜਾ ਘਟਦੀ ਹੈ। ਬੇਸ਼ੱਕ ਗੁਰਬਾਣੀ ਦੇ ਵਿੱਚ ਮਹਾਰਾਜ ਸਮਝਾਉਂਦੇ ਨੇ ਕਿ ਸਾਨੂੰ ਸਮਾਂ ਗਿਣ ਕੇ ਦਿੱਤਾ ਹੋਇਆ ਹੈ, ਸਵਾਸ ਵੀ ਗਿਣ ਕੇ ਦਿੱਤੇ ਨੇ। ਗਿਣ ਕਾਲੇ ਸਭ ਦਿਵਸ ਸਾਸ, ਦਿਨ ਵੀ ਗਿਣ ਕੇ ਦਿੱਤੇ ਨੇ, ਕਿੰਨੇ ਸਾਲ, ਕਿੰਨੇ ਮਹੀਨੇ, ਕਿੰਨੇ ਦਿਨ, ਕਿੰਨੇ ਪਹਿਰ, ਕਿੰਨੀਆਂ ਘੜੀਆਂ, ਇਹ ਸਾਰਾ ਆਪਣਾ ਗਿਣਿਆ ਹੋਇਆ ਹੈ, ਜੋ ਕਿ ਘਟਦਾ ਵੱਧਦਾ ਨਹੀਂ ਹੈ। ਪਰ ਫਿਰ ਵੀ ਸਤਿਗੁਰੂ ਸਮਝਾਉਂਦੇ ਨੇ, ਜਦੋਂ ਜੀਵ ਕੋਈ ਸੰਤ ਦੀ ਨਿੰਦਾ ਕਰਦਾ ਹੈ ਤੇ ਮਾਲਕ ਨੂੰ ਵੀ ਦੁੱਖ ਹੁੰਦਾ ਹੈ। ਜਦੋਂ ਜੀਵ ਆਪਣੇ ਬਚਨਾਂ ਤੋਂ, ਜੋ ਆਪਣੇ ਕਰਮ ਨੂੰ ਛੱਡ ਕੇ ਗਲਤ ਕਰਦਾ ਹੈ, ਤੇ ਫਿਰ ਪ੍ਰਭੂ ਵੀ ਉਸ ਨੂੰ ਉਸਦੀ ਆਰਜਾ ਘਟਾ ਸਕਦਾ ਹੈ, ਕਿਉਂਕਿ ਸੰਤਾਂ ਦੇ ਦੁਖੀ ਹੋਣ ਦੇ ਨਾਲ ਪਰਮੇਸ਼ਰ ਵੀ ਦੁਖੀ ਹੁੰਦਾ ਹੈ। ਬੇਸ਼ੱਕ ਉਹ ਦੁੱਖ ਸੁੱਖ ਤੋਂ ਰਹਿਤ ਹੈ, ਪਰ ਆਪਣੇ ਸੰਤਾਂ ਦੇ, ਜਿਵੇਂ ਮਾਤਾ ਪਿਤਾ, ਬੱਚਾ ਦੁਖੀ ਹੁੰਦਾ ਹੈ ਤੇ ਮਾਤਾ ਪਿਤਾ ਨੂੰ ਦੁੱਖ ਹੁੰਦਾ ਹੈ, ਏਦਾਂ ਹੀ ਮਹਾਰਾਜ ਸਮਝਾਉਂਦੇ ਨੇ। ਆਪਾਂ ਰੋਜ਼ ਪੜ੍ਹਦੇ ਹਾਂ, ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਜੇ ਸੰਤ ਸਾਧੂ ਜਨ ਸੁਖ ਪਾਉਂਦੇ ਨੇ, ਫਿਰ ਪਰਮੇਸ਼ਰ ਸੁਖੀ ਹੈ। ਜੇ ਦੁੱਖ ਕੋਈ ਦਿੰਦਾ ਉਹਨਾਂ ਨੂੰ, ਤੇ ਫਿਰ ਦੁਖੀ ਹੁੰਦਾ ਹੈ। ਇਸ ਕਰਕੇ ਉਹਨਾਂ ਦੀ ਆਰਜਾ ਵੀ ਘਟਦੀ ਹੈ। ਸੰਤ ਕੈ ਦੁਖਨ ਆਰਜਾ ਘਟੈ, ਸੰਤ ਕੈ ਦੁਖਨ ਜਮ ਤੇ ਨਹੀਂ ਛੁਟੈ। ਹੁਣ ਉਹ ਜੀਵਾਂ ਦੀ ਗੱਲ ਕਰਦੇ ਨੇ ਜਿਹੜੇ ਸੰਤਾਂ ਦੀ ਨਿੰਦਾ ਕਰਦੇ ਨੇ, ਜਮਾਂ ਦੇ ਵਸ ਪੈ ਜਾਂਦੇ ਨੇ, ਜਮਾਂ ਤੋਂ ਛੁੱਟ ਨਹੀਂ ਸਕਦੇ। ਸੰਤ ਕੈ ਦੁਖਨ ਸੁਖ ਸਭ ਜਾਏ, ਸੰਤਾਂ ਦਾ ਦੋਖੀ, ਸੰਤਾਂ ਦੀ ਨਿੰਦਾ ਕਰਨ ਵਾਲਾ, ਸੰਤਾਂ ਦੇ ਨਾਲ ਵੈਰ ਰੱਖਣ ਵਾਲਾ, ਉਸਦੇ ਸੁੱਖ ਵੀ ਸਾਰੇ ਖਤਮ ਹੋ ਜਾਂਦੇ ਨੇ। ਇੱਥੇ ਤੱਕ ਲੋਕ ਦੇ ਵੀ, ਪਰ ਲੋਕ 'ਚ ਤਾਂ ਉਹਨੂੰ ਕਿੱਥੇ ਸੁੱਖ ਮਿਲਣੇ ਨੇ, ਲੋਕ ਦੇ ਵਿੱਚ ਵੀ ਉਹ ਦੁਖੀ ਹੋ ਜਾਂਦਾ ਹੈ। ਸੰਤ ਕੈ ਦੁਖਨ ਨਰਕ ਮਹਿ ਪਾਏ, ਸੰਤਾਂ ਦਾ ਦੋਖੀ ਹੈ ਜਿਹੜਾ, ਸੰਤਾਂ ਦੇ ਨਾਲ ਵੈਰ ਰੱਖਣ ਵਾਲਾ, ਸੰਤਾਂ ਦੀ ਨਿੰਦਾ ਕਰਨ ਵਾਲਾ, ਉਹ ਨਰਕਾਂ ਦੇ ਵਿੱਚ ਜਾਂਦਾ ਹੈ। ਉਸ ਨੂੰ ਨਰਕ ਪ੍ਰਾਪਤ ਹੁੰਦੇ ਨੇ, ਮਰਨ ਤੋਂ ਬਾਅਦ ਨਰਕ ਭੋਗਦਾ ਹੈ। ਇੱਥੇ ਵੀ ਬਹੁਤ ਸਾਰੇ ਜੀਵਾਂ ਦਾ ਜੀਵਨ ਨਰਕ ਬਣ ਜਾਂਦਾ ਹੈ, ਜੀਵਤ ਵੀ ਨਰਕ ਬਣ ਜਾਂਦਾ ਹੈ। ਸੰਤ ਕੈ ਦੁਖਨ ਮਤ ਹੋਏ ਮਲੀਨ, ਸੰਤਾਂ ਦੇ ਨਾਲ ਵੈਰ ਕਰਨ ਦੇ ਨਾਲ, ਸੰਤਾਂ ਦੇ ਨਾਲ ਨਫ਼ਰਤ ਕਰਨ ਦੇ ਨਾਲ, ਸੰਤਾਂ ਦੀ ਨਿੰਦਾ ਕਰਨ ਦੇ ਨਾਲ ਮਤ ਹੋਰ ਮੈਲੀ ਹੁੰਦੀ ਹੈ। ਕਿਉਂਕਿ ਸੰਤ ਦੀ ਨਿੰਦਾ ਤਾਂ ਉਹੀ ਕਰਦਾ ਜਿਸ ਦੀ ਮਤ ਮੈਲੀ ਹੈ, ਲੇਕਿਨ ਹੋਰ ਮੈਲੀ ਹੁੰਦੀ ਜਾਂਦੀ ਹੈ, ਹੋਰ ਮੈਲ ਚੜ੍ਹਦੀ ਹੈ। ਕਿਉਂਕਿ ਕਿਸੇ ਦੀ ਨਿੰਦਾ ਕਰਨੀ ਜਿਹੜੀ ਹੈ, ਉਹ ਆਪਣੇ ਰਸਨਾ ਨਾਲ ਕਿਸੇ ਦੀ ਮੈਲ ਧੋਣੀ ਹੈ। ਇਸ ਕਰਕੇ ਜਿਸ ਨੂੰ ਫਿਰ ਮੈਲ ਖਾਏਗਾ, ਉਸ ਨੂੰ ਮੈਲ ਚੜ੍ਹੇਗੀ। ਇਸ ਕਰਕੇ ਸੰਤਾਂ ਨੂੰ ਹੋਰ ਮੈਲ ਚੜ੍ਹਦੇ, ਸੰਤਾਂ ਦੇ ਦੋਖੀਆਂ ਨੂੰ ਹੋਰ ਮੈਲ ਚੜ੍ਹ ਜਾਂਦੀ ਹੈ, ਮਤ ਹੋਰ ਮਲੀਨ ਹੁੰਦੀ ਹੈ। ਸੰਤ ਕੈ ਦੁਖਨ ਸੋਭਾ ਤੇ ਹੀਨ, ਤੇ ਉਹਨਾਂ ਨੂੰ ਸੰਸਾਰ ਦੇ ਵਿੱਚ ਸੋਭਾ ਨਹੀਂ ਪ੍ਰਾਪਤ ਹੁੰਦੀ, ਸੋਭਾ ਤੋਂ ਹੀਣੇ ਹੋ ਜਾਂਦੇ ਨੇ ਜਿਹੜੇ ਸੰਤਾਂ ਦੇ ਦੁਖੀ ਨੇ, ਸੰਤਾਂ ਦੀ ਨਿੰਦਾ ਕਰਦੇ ਨੇ, ਸੰਤਾਂ ਨਾਲ ਬੈਰ ਕਰਦੇ ਨੇ। ਇੱਥੇ ਤੱਕ ਵੀ ਕਹਿ ਦਿੱਤਾ ਗੁਰਬਾਣੀ ਦੇ ਵਿੱਚ ਕਿ ਐਸੇ ਜੀਵ ਆਪ ਤਾਂ ਡੁੱਬਦੇ ਨੇ, ਆਪਣੇ ਪਰਿਵਾਰ ਨੂੰ ਡੋਬ ਦਿੰਦੇ, ਆਪਣੀਆਂ ਕੁਲਾਂ ਤੱਕ ਡੋਬ ਦਿੰਦੇ ਨੇ, ਜਿਹੜੇ ਸੰਤਾਂ ਦਾ ਦੋਖੀ ਹੁੰਦੇ ਨੇ।
ਜਿਹੜੇ ਸੰਤਾਂ ਦੇ ਨਾਲ ਬੈਰ ਕਰਦੇ ਨੇ। ਪਰ ਸਮਝਾਉਂਦੇ ਨੇ ਗੁਰਬਾਣੀ ਦੇ ਵਿੱਚ, ਦੁਸ਼ਟਾਂ ਨਾਲ ਦੋਸਤੀ, ਨਾਲ ਸੰਤਾਂ ਬੈਰ ਕਰਨ, ਆਪ ਡੁੱਬੇ ਪਰਿਵਾਰ ਸਿਉ ਸਗਲੇ ਕੁੱਲ ਡੁਬਨ। ਵੀ ਜਿਹੜੇ ਦੁਸ਼ਟਾਂ ਦੇ ਨਾਲ ਤਾਂ ਪਿਆਰ ਕਰਦੇ ਨੇ, ਪਰ ਸੰਤਾਂ ਦੇ ਨਾਲ ਬੈਰ ਕਰਦੇ ਨੇ, ਦੁਸ਼ਟਾਂ ਦੇ ਨਾਲ ਦੋਸਤੀ ਰੱਖਦੇ ਨੇ। ਦੁਸ਼ਟ ਕੌਣ ਨੇ? ਪੰਜ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਜਿਹੜਾ ਸੰਗੀ ਹੈ, ਤੇ ਉਹ ਫਿਰ ਸੰਤਾਂ ਦੇ ਨਾਲ ਬੈਰ ਕਰਦਾ ਹੈ। ਉਹ ਆਪ ਵੀ ਡੁੱਬਦਾ ਹੈ, ਆਪਣਾ ਪਰਿਵਾਰ ਵੀ ਡੋਬ ਦਿੰਦਾ ਤੇ ਆਪਣੀਆਂ ਕੁੱਲਾਂ ਡੋਬ ਦਿੰਦਾ ਹੈ। ਸੰਤ ਕੇ ਹਤੇ ਕੋ ਰੱਖੈ ਨਾ ਕੋਏ। ਜਿਹੜਾ ਸੰਤ ਦੇ ਦੋਖੀ ਹੈ, ਸੰਤ ਦੇ ਨਾਲ ਵੈਰ ਕਰਦਾ ਹੈ, ਉਸ ਦੀ ਕੋਈ ਰਖਵਾਲੀ ਨਹੀਂ ਕਰ ਸਕਦਾ ਪਰਲੋਕ ਦੇ ਵਿੱਚ। ਜਦੋਂ ਸੰਸਾਰ ਤੋਂ ਛੱਡ ਕੇ ਜਾਣਾ ਹੈ, ਉਸ ਦੀ ਕੋਈ ਸਹਾਇਤਾ ਨਹੀਂ ਕਰ ਸਕਦਾ। ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ। ਸੰਤਾਂ ਦੇ ਦੋਖੀ ਜਿਹੜੇ ਨੇ, ਸੰਤਾਂ ਦੇ ਨਾਲ ਵੈਰ ਕਰਨ ਵਾਲੇ, ਉਹਨਾਂ ਦਾ ਜੀਵਨ ਵੀ ਭ੍ਰਸ਼ਟ ਹੋ ਜਾਂਦਾ ਹੈ। ਜਿੱਥੇ ਜਾਂਦੇ ਨੇ ਥਾਨ ਵੀ ਭ੍ਰਸ਼ਟ ਹੋ ਜਾਂਦਾ ਹੈ, ਕਿਉਂਕਿ ਭ੍ਰਸ਼ਟੀ ਲੋਕਾਂ ਦੇ ਵਾਸਤੇ ਫਿਰ ਨਰਕ ਹੀ ਹੈ। ਸੰਤ ਕਿਰਪਾਲ ਕਿਰਪਾ ਜੇ ਕਰੈ। ਸੰਤ ਜਿਹੜਾ ਹੈ, ਕਿਉਂਕਿ ਸੰਤ ਸਦਾ ਕਿਰਪਾਲੂ ਹੁੰਦੇ ਨੇ। ਕਿਉਂ ਕਿਰਪਾਲੂ ਹੁੰਦੇ ਨੇ? ਕਿਉਂਕਿ ਪਰਮੇਸ਼ਰ ਕਿਰਪਾਲੂ ਹੈ। ਸੰਤ ਉਹਦੇ ਭਾਣੇ ਦੇ ਵਿੱਚ ਹੁੰਦੇ ਨੇ। ਸੰਤਾਂ ਦੇ ਕੋਲ ਉਹ ਗੁਣ ਹੁੰਦੇ ਨੇ ਜੋ ਪਰਮੇਸ਼ਰ ਦੇ ਵਿੱਚ ਨੇ। ਇਸ ਕਰਕੇ ਉਹ ਸੰਤ ਵੀ ਕਿਰਪਾਲੂ ਹੁੰਦੇ ਨੇ। ਜੇ ਉਹ ਕਿਰਪਾ ਕਰ ਦੇਣ, ਨਾਨਕ ਸੰਤ ਸੰਗ ਨਿੰਦਕ ਵੀ ਤਰੇ। ਸੰਤਾਂ ਦਾ ਨਿੰਦਕ ਵੀ ਸੰਤਾਂ ਦਾ ਸੰਗ ਕਰਕੇ ਤਰ ਜਾਂਦਾ। ਸੰਤਾਂ ਨੂੰ ਇਹ ਨਹੀਂ ਹੁੰਦਾ ਵੀ ਤੂੰ ਤਾਂ ਮੇਰੀ ਨਿੰਦਾ ਕਰਦਾ, ਤੈਨੂੰ ਅਸੀਂ ਗਿਆਨ ਨਹੀਂ ਦੇਣਾ, ਕਿਉਂਕਿ ਸੰਤ ਦਾ ਕੋਈ ਦੋਖੀ ਨਹੀਂ ਹੈ। ਜਿਹੜਾ ਸੰਤ ਦੇ ਨਾਲ ਵੈਰ ਕਰਦਾ ਹੈ, ਜੇ ਉਹ ਫਿਰ ਸੰਤ ਕੋਲ ਆਉਂਦਾ ਹੈ, ਸੰਤ ਦੀ ਸ਼ਰਨ ਵਿੱਚ ਆਉਂਦਾ ਹੈ, ਉਹ ਵੀ ਤਰ ਜਾਂਦਾ ਹੈ, ਕਿਉਂਕਿ ਸੰਤ ਕਿਸੇ ਦਾ ਬੁਰਾ ਨਹੀਂ ਲੋਚਦੇ, ਹਰ ਇੱਕ ਦਾ ਭਲਾ ਲੋਚਦੇ ਨੇ। ਸੰਤ ਕੇ ਦੁਖਨ ਤੇ ਮੁਖ ਪਵੈ। ਜਿਹੜੇ ਸੰਤਾਂ ਦੇ ਦੁੱਖ ਨੇ, ਉਹਨਾਂ ਨੂੰ ਮਾਰ ਪੈਂਦੀ ਹੈ, ਕਿਉਂਕਿ ਉਹਨਾਂ ਦੇ ਮੁਖ ਤੇ ਨਾਮ ਪ੍ਰਗਟ ਨਹੀਂ ਹੁੰਦਾ। ਉਹਨਾਂ ਦਾ ਮਨ ਦਸਾਂ ਦਿਸ਼ਾਵਾਂ ਨੂੰ ਤਾਪਦਾ ਰਹਿੰਦਾ ਹੈ। ਸੰਤ ਕੈ ਦੁਖਨ ਕਾਗ ਜਿਉ ਲਵੈ। ਜਿਹੜੇ ਸੰਤ ਦੇ ਦੋਖੀ ਨੇ, ਉਹਨਾਂ ਦਾ ਮਨ ਜਿਹੜਾ ਦਸਾਂ ਦਿਸ਼ਾਵਾਂ ਨੂੰ ਤਾਪਦਾ ਹੈ, ਕਿੱਥੇ ਜਾਂਦਾ ਹੈ? ਗੰਦਗੀ ਦੇ ਵਿੱਚ। ਜਿਵੇਂ ਕਾਂ ਹੈ, ਕਾਂ ਨੇ ਗੰਦਗੀ ਦੇ ਵਿੱਚ ਹੀ ਚੁੰਝਾਂ ਮਾਰਨੀਆਂ ਨੇ, ਜਾਂ ਕਿਸੇ ਦੇ ਜ਼ਖਮਾਂ ਤੇ ਚੁੰਝਾਂ ਮਾਰੇਗਾ। ਏਦਾਂ ਜਿਹੜਾ ਸੰਤ ਦਾ ਦੋਖੀ ਹੈ, ਉਹ ਕਾਂ ਦੀ ਤਰ੍ਹਾਂ ਹੁੰਦਾ ਹੈ। ਇਸ ਕਰਕੇ ਮਹਾਰਾਜ ਸਮਝਾਉਂਦੇ ਨੇ ਕਿ ਜੇ ਕਾਂ ਨੂੰ ਆਪਾਂ ਅੰਮ੍ਰਿਤ ਵੀ ਪਾ ਦਈਏ ਤਾਂ ਅੰਮ੍ਰਿਤ ਦੇ ਵਿੱਚ ਚੁੰਝ ਨਹੀਂ ਮਾਰੇਗਾ, ਕਿਉਂਕਿ ਉਹਦੀ ਤ੍ਰਿਪਤੀ ਹੁੰਦੀ ਹੈ ਗੰਦਗੀ ਦੇ ਵਿੱਚ ਚੁੰਝਾਂ ਮਾਰਨ ਦੇ ਨਾਲ। ਏਦਾਂ ਹੀ ਜਿਹੜੇ ਸੰਤਾਂ ਦੇ ਦੋਖੀ ਨੇ, ਉਹ ਤ੍ਰੈ ਗੁਣਾ ਉਹਨਾਂ ਦੀ ਖੁਰਾਕ ਹੁੰਦੀ ਹੈ। ਨਾਮ ਉਹ ਸੁਣ ਨਹੀਂ ਸਕਦੇ, ਕਿਉਂਕਿ ਜੋ ਨਾਮ ਨੂੰ ਪਿਆਰ ਕਰਦੇ ਨੇ, ਨਾਮ ਦੀ ਵਿਚਾਰ ਸੁਣਦੇ ਨੇ, ਉਹ ਸੰਤਾਂ ਨੂੰ ਦੀ ਨਿੰਦਾ ਨਹੀਂ ਕਰਦੇ। ਇਸ ਕਰਕੇ ਉਹ ਗੰਦਗੀ ਦੇ ਵਿੱਚ ਹੀ ਚੁੰਝਾਂ ਮਾਰਦੇ ਨੇ। ਦੁਰਮਤ ਭਾਗਹੀਨ ਮਤ ਫੀਕੇ। ਮਹਾਰਾਜ ਸਮਝਾਉਂਦੇ ਨੇ ਉਹਨਾਂ ਨੂੰ ਕਿ ਉਹ ਦੁਰਮਤ ਲਈਆ, ਗੁਰ ਦੀ ਮਤ ਨਹੀਂ ਲੈਂਦੇ। ਉਹ ਭਾਗਾਂ ਤੋਂ ਹੀਣੇ ਨੇ, ਉਹਨਾਂ ਦੀ ਮਤ ਫਿੱਕੀ ਹੈ। ਨਾਮ ਸੁਣਤ ਆਵੈ ਮਨ ਰੋਹੈ। ਨਾਮ ਦੀ ਗੱਲ ਸੁਣਦੇ
ਸੁਣਦਿਆਂ ਹੀ ਉਹਨਾਂ ਨੂੰ ਗੁੱਸਾ ਆਉਣਾ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਫਿਰ ਉਹ ਸੰਤਾਂ ਦੀ ਨਿੰਦਾ ਕਰਦੇ, ਸੁਣ ਨਹੀਂ ਸਕਦੇ ਨਾਮ ਦੀ ਗੱਲ। ਕਊਆ ਕਾਗ ਕੋ ਅੰਮ੍ਰਿਤ ਰਸ ਪਾਈਐ, ਕਹਿੰਦੇ ਜਿਵੇਂ ਕਾਂ ਨੂੰ ਅੰਮ੍ਰਿਤ ਰਸ ਪਾਈਏ, ਤ੍ਰਿਪਤੈ ਖਾਏ ਬਿਸ਼ਟਾ ਮੁਖ ਗੋਹੈ। ਪਰ ਉਹ ਤ੍ਰਿਪਤ ਹੁੰਦਾ ਹੈ ਗੰਦਗੀ ਦੇ ਵਿੱਚੋਂ ਜਾ ਮਾਰਨ ਦੇ ਨਾਲ। ਇੱਦਾਂ ਸੰਤ ਜਿਹੜਾ ਹੈ, ਸੰਤ ਦਾ ਜਿਹੜਾ ਨਿੰਦਕ ਹੈ, ਉਹ ਕਾਂ ਦੀ ਤਰ੍ਹਾਂ ਹੁੰਦਾ ਹੈ। ਸੰਤਨ ਕੇ ਦੂਖਨ ਸਰਪ ਜੋਨ ਪਾਏ। ਹੁਣ ਜਿਹੜਾ ਸੰਤਾਂ ਦਾ ਦੁਖੀ ਹੈ, ਸੰਤਾਂ ਦੇ ਨਾਲ ਵੈਰ ਕਰਦਾ ਹੈ, ਸਰਪ ਦੀ ਜੂਨ ਪ੍ਰਾਪਤ ਹੁੰਦੀ ਹੈ। ਸੰਤ ਕੈ ਦੂਖਨ ਤ੍ਰਿਗਦ ਜੋਨ ਕਿਰਮਾਏ, ਜਾਂ ਫਿਰ ਗੰਦਗੀ ਦਾ ਕੀੜਾ ਕਿਰਮ ਬਣਾ ਦਿੰਦੇ ਨੇ, ਜਾਂ ਸਰਪ ਦੀ ਜੋਨ ਮਿਲ ਜਾਂਦੀ ਹੈ, ਜਾਂ ਫਿਰ ਬਿਸ਼ਟਾ ਦਾ ਕੀੜਾ ਬਣਾ ਦਿੰਦੇ ਨੇ, ਤ੍ਰਿਗਦ ਜੂਨ ਦੇ ਵਿੱਚ ਪਾ ਦਿੰਦੇ ਨੇ। ਸੰਤਨ ਕੈ ਦੂਖਨ ਤ੍ਰਿਸ਼ਨਾ ਮੈਂ ਜਲੈ, ਜਿਹੜਾ ਸੰਤਾਂ ਦਾ ਦੁਖੀ ਹੈ ਤ੍ਰਿਸ਼ਨਾ ਦੇ ਵਿੱਚ ਜਲਦਾ ਰਹਿੰਦਾ ਹੈ, ਸੜਦਾ ਹੈ। ਸੰਤ ਕੇ ਦੂਖਨ ਸਭ ਕੁਛ ਹੈ, ਜਿਹੜਾ ਸੰਤਾਂ ਦਾ ਦੁਖੀ ਹੈ ਉਸਦੀ ਇੱਕ ਐਸੀ ਅਵਸਥਾ ਹੋ ਜਾਂਦੀ ਹੈ ਕਿ ਉਹ ਹਰ ਇੱਕ ਦੇ ਨਾਲ ਛਲ ਕਰਦਾ, ਹਰ ਇੱਕ ਦੇ ਨਾਲ ਧੋਖਾ ਕਰਦਾ ਹੈ, ਹਰ ਇੱਕ ਦੇ ਨਾਲ, ਹਰ ਇੱਕ ਨੂੰ ਲੁੱਟਣਾ ਚਾਹੁੰਦਾ ਹੈ, ਹੱਕ ਮਾਰਨਾ ਚਾਹੁੰਦਾ ਹੈ। ਜਿਹੜਾ ਸੰਤ ਦਾ ਦੁਖੀ ਹੈ, ਕਿਉਂਕਿ ਉਹ ਚੰਗਾ ਨਹੀਂ ਕਰ ਸਕਦਾ, ਉਸ ਨੇ ਮਾੜੇ ਕਰਮ ਹੀ ਕਰਨੇ ਨੇ। ਸੰਤ ਕੈ ਦੂਖਨ ਤੇਜ ਸਭ ਜਾਏ, ਸੰਤ ਦੇ ਦੁਖੀ ਜਿਹੜਾ ਹੈ ਉਸ ਦਾ ਤੇਜ ਖਤਮ ਹੋ ਜਾਂਦਾ ਹੈ, ਉਸ ਦਾ ਪ੍ਰਤਾਪ ਖਤਮ ਹੋ ਜਾਂਦਾ ਹੈ। ਸੰਤ ਕੈ ਦੂਖਨ ਨੀਚ ਨਚਾਏ, ਤੇ ਜਿਹੜੇ ਸੰਤਾਂ ਦੇ ਦੁਖੀ ਨੇ ਉਹਨਾਂ ਫਿਰ ਪ੍ਰਭੂ ਉਹਨਾਂ ਨੂੰ ਨੀਚ, ਬਿਸ਼ਟਾ ਦਾ ਕੀੜਾ ਹੀ ਬਣਾ ਕੇ ਰੱਖਦਾ ਹੈ, ਗੰਦਗੀ ਦਾ, ਨੀਚ ਹੀ ਰੱਖਦਾ, ਉਹਨਾਂ ਨੂੰ ਉੱਤਮ ਨਹੀਂ ਹੋਣ ਦਿੰਦਾ। ਸੰਤ ਦੋਖੀ ਕਾ ਥੋ ਕੋ ਨਾ ਹੈ, ਸੰਤ ਦੇ ਦੋਖੀ ਜਿਹੜੇ ਨੇ ਉਹਨਾਂ ਨੂੰ ਦਰਗਾਹ ਦੇ ਵਿੱਚ ਥਾਂ ਨਹੀਂ ਮਿਲਦਾ, ਕਿਉਂਕਿ ਉਹ ਨਰਕ ਹੀ ਭੋਗਦੇ ਨੇ। ਨਾਨਕ ਸੰਤ ਭਾਵੈ ਤਾਂ ਓਏ ਵੀ ਗਤ ਪਾਹੇ। ਹਾਂ, ਜੇ ਸੰਤਾਂ ਦੀ ਸ਼ਰਨ ਚਾਹੁੰਦੇ ਨੇ, ਸੰਤਾਂ ਨੂੰ ਭਾ ਜਾਵੇ ਤੇ ਉਹ ਜੀਵ ਵੀ ਗਤ ਪ੍ਰਾਪਤ ਕਰ ਲੈਂਦਾ ਹੈ, ਉਸ ਨੂੰ ਵੀ ਦਰਗਾਹ ਦੇ ਵਿੱਚ ਥਾਂ ਮਿਲ ਜਾਂਦੀ ਹੈ। ਪਰ ਜੇ ਸੰਤ ਦੀ ਸ਼ਰਨ ਦੇ ਵਿੱਚ ਆਏਗਾ, ਕਿਉਂਕਿ ਸ਼ਲੋਕ ਦੇ ਵਿੱਚ ਆਪਾਂ ਪਹਿਲਾਂ ਹੀ ਵਿਚਾਰ ਚੁੱਕੇ ਹਾਂ, ਸੰਤ ਸਰਨ ਜੋ ਜਨ ਪਰੈ ਸੋ ਜਨ ਉਦਨ ਹਾਰ। ਜੇ ਨਿੰਦਾ ਵੀ ਹੈ, ਸੰਤ ਦੋਖੀ ਵੀ ਹੈ, ਉਹ ਵੀ ਸੰਤ ਦੀ ਸ਼ਰਨ ਵਿੱਚ ਆ ਜਾਏਗਾ, ਉਹ ਵੀ ਉਸ ਦਾ ਵੀ ਉਦਾਰ ਹੋ ਜਾਏਗਾ। ਸੰਤ ਕਾ ਨਿੰਦਕ ਮਹਾ ਅਤਤਾਈ, ਜਿਹੜਾ ਸੰਤ ਦਾ ਨਿੰਦਕ ਹੈ, ਅਤ, ਜਿਹੜਾ ਜੀਵ ਹਰ ਸਮੇਂ ਕੁਛ ਨਾ ਕੁਛ ਮਾੜਾ ਹੀ ਕਰਦਾ ਹੈ, ਕਿਉਂਕਿ ਉਸਦੀ ਬਿਰਤੀ ਹੀ ਐਸੀ ਹੋ ਜਾਂਦੀ ਹੈ ਮਾੜੇ ਕਰਮਾਂ ਦੇ, ਜਿਵੇਂ ਆਪਾਂ ਕਹਿ ਦਿੰਦੇ ਹਾਂ ਇਸਨੇ ਬੜੀ ਅੱਤ ਚੁੱਕੀ ਹੈ, ਇਸ ਦੀ ਬੁੱਧੀ ਭ੍ਰਿਸ਼ਟ ਹੋ ਗਈ ਹੈ। ਜਿਹੜਾ ਸੰਤ ਦਾ ਦੋਖੀ ਹੈ ਉਸਨੇ ਚੰਗਾ ਨਹੀਂ ਕਰਨਾ, ਉਸਨੇ ਮਾੜੇ ਕਰਮ ਹੀ ਕਰਦੇ ਰਹਿਣਾ ਹੈ, ਇੱਕ ਨਹੀਂ ਅਨੇਕਾਂ, ਬਾਰ ਬਾਰ ਮਾੜਾ ਕਰਮ ਹੀ ਕਰਦਾ ਹੈ। ਸੰਤ ਕਾ ਨਿੰਦਕ ਖਿਨ ਟਿਕਨ ਨਾ ਪਾਈ, ਸੰਤ ਦਾ ਜਿਹੜਾ ਨਿੰਦਕ ਹੈ ਇੱਕ ਖਿਨ ਵੀ ਟਿਕ ਨਹੀਂ ਸਕਦਾ। ਸੰਤ ਕਾ ਨਿੰਦਕ ਮਹਾ ਹਤਿਆਰਾ, ਮਹਾ ਹਤਿਆਰਾ ਹੈ, ਸਭ ਤੋਂ ਵੱਡਾ ਹਤਿਆਰਾ। ਕਿਸੇ ਦਾ ਹੱਤਿਆ ਕਰਨ ਤੋਂ ਵੀ ਵੱਡਾ ਮਾੜਾ ਹੈ ਸੰਤ ਦੀ ਨਿੰਦਾ ਕਰਨਾ। संत का निंदक परमेश्वर माना। फिर ऐसे संत दे निंदकां नूं फिर परमेश्वर सजा देंदा है।
उसकी आरजा भी कर सकती है। हुक्म कर देंदा है कि इसनूं पकड़ के नरकां दे विच सुट दिओ, क्योंकि हुक्म ही करना है प्रभु ने, जिस दे हुक्म नूं कोई मोड़ नहीं सकता। जो नूं पाउंदा ओ होना है, जो तिस भावै सोई करसी, हुक्म ना करना जाई। इस करके जो उसनूं पाउंदा ओ होना, उसने करना है। संत का निंदक राज ते हीन। संत दा निंदक है राज तो हीना है। केड़ा राज? जो साडे मन नूं राज मिलता है, क्योंकि वो राज नहीं प्राप्त हो सकता। संसार दे राज कुछ दिनां दे ने, जिहड़े झूठे राजे ने, राज ने, लेकिन जिहड़ा सच्चा राज है वो है जिसनूं आपां कहंदे हां अविनाशी राज। वो कदे भी उसनूं प्राप्त नहीं हो सकता, उस तो हीना ही रहिंदा है। संत का निंदक दुखिया अर दीन। संत दा निंदक है जिहड़ा दुखी रहिंदा है हमेशा, ते गरीबी। किहड़ी गरीबी? नाम तो हीना। इस करके दीन उस प्रभु दे नाम नूं प्राप्त नहीं कर सकता। संत के निंदक को सर्व रोग। जिहड़ा संत दा निंदक है उसनूं एक अद्धा रोग नहीं, सारे रोग, पंजे दोखी, पंजे उसनूं असाध रोग लग जाते ने, क्योंकि करदा ही तां है जे इन्हां रोगां दे विच फसिया है। हौमे दा, काम दा, क्रोध दा, लोभ दा, मोह दा। संत के निंदक को सदा विजोग। जो संत दा निंदक है उसका कदे भी प्रभु दे नाल मिलाप नहीं हो सकता, विछोड़ा ही होएगा। प्रभु ऐसे जीवां नूं नेड़े नहीं लाउंदा जो उसदे संतां दी निंदा करता है। संत की निंदा दोख में दोख। संत की निंदा तां एडी है भी दोखां दे विच दोख। इसनूं आपां महादोख पहला भी कह के आए हैं, महाहत्यारा। बहुत बड़ा दुख है संत की निंदा करना, क्योंकि निंदा किसी की भी भली नहीं है, पर जिहड़ी संत की निंदा है उस तो फिर बहुत ज़्यादा सजा है। पर करदे कौन ने? गुरमुख कदे भी संत की किसी की निंदा नहीं करते। जिहड़े गुरमुख ने मनमुख करते ने, फिर नरक पाउंदे ने। मेरा समझाउंदे ने, निंदा भली किसे की नाही, मनमुख मुग्ध करन, मुँह काले तिन्हां निंदकां, नरके घोर पवन। फिर परमेश्वर उहदे मूँह काले करदा है, नरकां दे विच सिट दिंदा है। जिहड़े निंदा किसे दी भली नहीं। नानक संत भावै तां उसका भी होए मुख। पर जे संत दी शरण विच आ जावे फिर संत जन उसनूं भी मुक्ति दुआ देंदे ने, वो भी मुक्त हो सकता है जे संत दी शरण विच आ जावे। क्योंकि संत ने किसे नूं खाली नहीं मोड़ना हुंदा। संत दा कोई दोखी नहीं है, वो अपने दुख जिहड़ा दुख करदा अपने कीते दी सजा आप पाउंदा है। पर जे उन्हां दी शरण विच आ जावे तो उसनूं क्षमा कर देंदे ने संत जन। संत का दोखी सदा अपवित्र। जिहड़ा संत दा दोखी है वो सदा अपवित्र ही रहिंदा, वो पवित्र नहीं हो सकता, उसकी मत मलीन ही रहती है। संत का दोखी किसे का नहीं मित्र। संत का जिहड़ा दोखी है वो किसी का भी मित्र नहीं बन सकता, क्योंकि सब दे नाल छल करेगा, सब दे नाल वैर रखेगा। जो उपरों मित्रता करता भी है पर अंदरों उसके अंदर छल होएगा, बैर होएगा। संत के दोखी को डांन लग गए। संत के दोखी नूं सजा लगती है।
संत के दोखी को सब त्यागै। ते ऐसी सज़ा मिल जाती है कि उसका सारे त्याग कर जाते ने, छड़ देंदे ने, उसका संग नहीं करते। संत का दोखी महा अहंकारी। जिहड़ा संत का दोखी है, कौन हो सकता है? जिहड़ा हंकारी जीव है, वो भी महाहंकारी। संत का दोखी सदा बेकारी। ते जिहड़ा संत का दोखी है, वो सदा ही बेकारां दे विच पिया रहिंदा है। मन अपना कार नहीं करता, जिस कारज वास्ते है वो नहीं करता बेकारां च। किन्ना क लोग बेकारां दे विच ने। ते मरत समझाउंदे ने सारा संसार ही बेकारां च पिया है। ये संसार बेकार संसे में, सारा संसार ही तरियो ब्रह्म ज्ञानी, जिसे जगाए प्यावै ए रस अकथ कथा तिन जानी। ये तो प्रभु जे खुश हो जावे किसे ते, उसनू अपना रस पिलाउंदा है, अकथ दा भेद देंदा है, कथ कथा फिर वो जानदा है। फिर ਉਹਦੇ द्वारा सानू ज्ञान हुंदा, ਉਹਦੇ द्वारा आपां उसनू बिहाज सकते हाँ, जिस वास्ते सानू मनुखा देह मिली है। जा को आए सोई बिहाजो, हर गुर ते मने बसेरा, निज कर महल पावो सुख सहजे, बौर न होएगो फेरा। अंतरजामी पुरख विदाते, शरदा मन की पूरे, नानक दास यह सुख मांगा, मोको कार संतन की तूरे। एक ही सुख है कि संतां दे बचन सानू बख्शिश हो जान, सानू प्राप्त हो जान, ते फिर साडा जीवन सफल हो जाता है। संत का दोखी जन्म मरै। संत का दोखी है जिहड़ा जमदा है, फिर मरदा है, जमदा है, फिर मरदा है। कोई मनुखा ही जन्म दे विच नहीं, क्योंकि गंदगी दे कीड़ा बन जाता है, नरकन भोगदा है, फिर होर जूनी दे विच जांदा है, फिर होर जूनी दे विच जांदा है। संत की दुख ना सुख ते टरै। सुख खत्म हो जाते ने, सुखां तो वांझा हो जाता है जीव जिहड़ा संतां दा दुखी है। जो सुख प्राप्त होने सी उसनू प्राप्त नहीं होंदे। संत के दोखी को ना ही ठाओ। संत दे दोखी नू थां नहीं मिलती। किथे? दरगाह दे विच, प्रभु दी हजूरी दे विच। नानक संत भावै तां लय मिलाए। पर जे संत दी शरण चाहुंदा, संत नू पा जावे, उसनू भी मिला लैंदा है, उसनू भी दरगाह दे विच थां दवा देंदा है। संत का दोखी अद बीच ते टूटै। संत दा दोखी है जे किसी पासे चलना भी चाहुंदा है, पहला चलता है, फिर संत दी निंदा कर देंदा है, संत दा नाल बैर करदा है, विचाले फिर उसनू रुकावट आ जाती है। इस करके संत दी निंदा तां करनी ही नहीं है, पर संत होवे, संत दे पेश दे विच चोर ना होवे। पेखी जिहड़े संत ने उन्हां नू गुरबाणी दे विच पंडिया है। बाबा कबीर जी समझाउंदे ने कि जिहड़े बाहरी भे करदे ने वो हरी दे संत नहीं, वो बनारस दे ठग ने। गज साडे त्रै त्रै तोतियां, तीरे पैरन तग, गली जिनी जप मालियां, लोटे हाथ निबग, ए हर के संत न आखिए, बनारस के ठग। ये नहीं भी होवे चोर असी संत कही जाइए। चोर नू संत कहना भी उड्डा ही पाप है जे एक संत की निंदा करना, क्योंकि उस्तत भी माड़ी है, निंदा भी माड़ी है। इस करके सतगुरु समझाउंदे ने उस्तत निंदा दो विवर्जित, दोनों ही सानू विवर्जित ने। उस्तत निंदा दो त्यागै, खोजै पद निर्वाणा, क्योंकि दोनों छड्ड के निर्वाण पद नू प्राप्त करना है।
ਉਸ ਦੀ ਖੋਜ ਕਰਨੀ ਹੈ। ਇਸ ਕਰਕੇ ਸਤਿਗੁਰੂ ਸਮਝਾਉਂਦੇ ਨੇ ਕਿ ਜੇ ਅਸੀਂ ਸੰਤ ਦੀ ਨਿੰਦਾ ਕਰਾਂਗੇ, ਜਿੱਧਰ ਨੂੰ ਅਸੀਂ ਚੱਲਦੇ ਵਿਚਾਲੇ ਸਾਡਾ ਟੁੱਟ ਜਾਏਗਾ। ਸੰਤ ਕਾ ਦੋਖੀ ਕਿਤੇ ਕਾਜ ਨਾ ਪਹੁੰਚੈ। ਸੰਤ ਦੇ ਦੋਖੀ ਦਾ ਕਾਰਜ ਪੂਰਾ ਨਹੀਂ ਹੁੰਦਾ ਜਿਸ ਕਾਰਜ ਵਾਸਤੇ ਆਪਾਂ ਆਏ ਹਾਂ। ਸੰਸਾਰਿਕ ਕਾਰਜ ਵੱਖਰੇ ਨੇ, ਮਨ ਜਿਸ ਕਾਰਜ ਵਾਸਤੇ ਆਇਆ ਹੈ। ਮਨ ਦਾ ਕਾਰਜ ਕੀ ਹੈ? ਨਾਮ ਧਿਆਉਣਾ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ। ਕਿ ਉਹੀ ਸੰਤ ਦਾ ਦੋਖੀ ਹੈ ਸਾਧੂ ਜਨਾਂ ਦਾ, ਉਹਦਾ ਕਾਜ ਕਿਵੇਂ ਪੂਰਾ ਹੋਏਗਾ? ਸੰਤ ਕੇ ਦੋਖੀ ਕੋ ਉਦਿਆਨ ਪਰਮਾਈਆ। ਪਰਮੇਸ਼ਰ ਉਸ ਨੂੰ, ਜਿਵੇਂ ਸੰਸਾਰ ਦੇ ਵਿੱਚ ਜੰਗਲ ਹੈ, ਇੱਦਾਂ ਹੀ ਇਸ ਸੰਸਾਰ ਰੂਪੀ ਜੰਗਲ ਦੇ ਵਿੱਚ ਉਸ ਨੂੰ ਭਰਮਾਉਂਦਾ ਰਹਿੰਦਾ ਹੈ। ਆਪ ਗੁਪਤ ਰਹਿੰਦਾ ਹੈ, ਰਸਤਾ ਭੁਲਾ ਦਿੰਦਾ ਹੈ, ਮਾਰਗ ਭੁਲਾ ਦਿੰਦਾ ਹੈ, ਪ੍ਰਭੂ ਦਾ ਮਿਲਾਪ ਨਹੀਂ ਹੁੰਦਾ। ਸੰਤ ਕਾ ਦੋਖੀ ਉਜੜ ਪਾਈਐ। ਉਜੜ 'ਚ ਪੈ ਜਾਂਦਾ ਹੈ, ਉਲਝਣ ਦੇ ਵਿੱਚ ਪੈ ਜਾਂਦਾ, ਰਸਤਾ ਮਾਰਗ ਭੁੱਲ ਜਾਂਦਾ ਹੈ। ਸੰਤ ਕਾ ਦੋਖੀ ਅੰਤਰ ਤੇ ਥੋਥਾ। ਸੰਤ ਦਾ ਦੋਖੀ ਜਿਹੜਾ ਹੈ, ਬਾਹਰੋਂ ਤਾਂ ਬਹੁਤ ਦਿਖਾਵਾ ਲੱਗੇਗਾ, ਭੇਖ ਵੀ ਹੋ ਸਕਦਾ ਹੈ, ਸਾਰਾ ਕੁਛ ਹੋ ਸਕਦਾ ਹੈ, ਲੇਕਿਨ ਅੰਦਰੋਂ ਖਾਲੀ ਹੈ, ਬਾਂਸ ਦੀ ਤਰ੍ਹਾਂ ਹੈ। ਬਾਹਰੋਂ ਬਾਂਸ ਬਹੁਤ ਸੋਹਣਾ ਹੁੰਦਾ ਹੈ, ਦੇਖਣ ਨੂੰ ਬਹੁਤ ਵਧੀਆ ਲੱਗਦਾ, ਲੇਕਿਨ ਵਿੱਚੋਂ ਖਾਲੀ ਹੈ। ਇਸ ਕਰਕੇ ਸਮਝਾਉਂਦੇ ਨੇ ਕਿ ਆਪਾਂ ਬਾਂਸ ਦੀ ਤਰ੍ਹਾਂ ਨਹੀਂ ਹੋਣਾ, ਕਿਉਂਕਿ ਜਿਹੜੇ ਮਨਮੁਖ ਨੇ ਉਹ ਬਾਂਸ ਦੀ ਤਰ੍ਹਾਂ ਨੇ, ਹੰਕਾਰੀ ਨੇ, ਬਾਂਸ ਦੀ ਤਰ੍ਹਾਂ ਨੇ। ਜਿਵੇਂ ਇੱਕ ਪਾਸਿਓਂ ਫੂਕ ਮਾਰ ਦਿੱਤੀ, ਦੂਜੇ ਪਾਸੇ ਪਾਸ ਹੋ ਜਾਂਦੀ ਹੈ, ਉਹਨਾਂ 'ਤੇ ਅਸਰ ਨਹੀਂ ਕਰਦੀ। ਇੱਦਾਂ ਹੀ ਮਨਮੁੱਖਾਂ ਨੂੰ ਦਿੱਤਾ ਗਿਆਨ, ਇਸ ਕੰਨੋਂ ਸੁਣ ਲਿਆ ਅਤੇ ਇੱਧਰ ਨੂੰ ਕੱਢ ਦਿੱਤਾ। ਐਸੇ ਦੋਖੀ ਹੁੰਦੇ ਨੇ ਸੰਤਾਂ ਦੇ। ਇਸ ਕਰਕੇ ਅੰਦਰੋਂ ਖਾਲੀ ਨੇ। ਜਿਉਂ ਸਾਸ ਬਿਨਾ ਮਿਰਤਕ ਕੀ ਲੋਥਾ। ਜਿਵੇਂ ਬਾਹਰੋਂ ਸਰੀਰ ਤਾਂ ਦਿਖੇ, ਵਿੱਚੋਂ ਸਵਾਸ ਨਹੀਂ, ਇੱਦਾਂ ਹੀ ਸੰਤ ਦੇ ਦੋਖੀ ਨੇ ਜਿਹੜੇ, ਉਹਨਾਂ ਦੀ ਹਾਲਤ ਹੈ। ਬਾਹਰੋਂ ਦਿਸਦਾ ਹੈ, ਅੰਦਰ ਹੈ ਨਹੀਂ, ਗਿਆਨ ਨਹੀਂ ਹੈ, ਅੰਦਰੋਂ ਖਾਲੀ ਨੇ। ਸੰਤ ਕੇ ਦੋਖੀ ਕੀ ਜੜ ਕਿਛ ਨਾ ਹੈ। ਜੜ ਕਿੱਥੇ ਹੋਏਗੀ? ਜਿਹੜਾ ਮੁਰਦੇ ਦੀ ਨਿਆਈ ਹੈ। ਆਪਣ ਬੀਜ ਆਪੇ ਹੀ ਖਾਹੇ। ਆਪਣਾ ਬੀਜਿਆ ਆਪ ਖਾਂਦਾ ਹੈ, ਆਪਣਾ ਕੀਤੇ ਨੂੰ ਫਿਰ ਭੋਗਣਾ ਵੀ ਪੈਂਦਾ ਹੈ। ਬੇਸ਼ੱਕ ਸਾਰਿਆਂ ਨੇ ਆਪਣਾ ਬੀਜਿਆ ਨਾ ਖਾਣਾ ਹੈ, ਪਰ ਜਿਹੜਾ ਸੰਤ ਦਾ ਦੋਖੀ ਹੈ ਉਹ ਨਿੰਦਾ ਬੀਜਦਾ ਹੈ, ਬਿਖ ਬੀਜਦਾ ਹੈ, ਅਤੇ ਉਸ ਦਾ ਫਲ ਉਸ ਨੂੰ ਬਿਖ ਮਿਲੇਗਾ। ਜਿਹੜੇ ਗੁਰਮੁਖ ਨੇ ਉਹ ਨਾਮ ਬੀਜਦੇ ਨੇ, ਅਤੇ ਉਹਨਾਂ ਨੂੰ ਨਾਮ ਫਲ ਮਿਲਦਾ ਹੈ। ਕਿੰਨਾ ਮਿਲਦਾ ਹੈ ਕਿ ਆਪ ਵੀ ਖਾਂਦੇ ਨੇ ਅਤੇ ਹੋਰਾਂ ਨੂੰ ਵੀ ਵਰਤਾਉਂਦੇ ਨੇ। ਲੇਕਿਨ ਜਿਹੜਾ ਜ਼ਹਿਰ ਬੀਜਦਾ, ਆਪ ਬੀਜਦਾ ਅਤੇ ਆਪ ਹੀ ਖਾਂਦਾ ਹੈ। ਸੰਤ ਕੇ ਦੋਖੀ ਕੋ ਅਵਰ ਨਾ ਰਾਖਣ ਹਾਰ। ਜਿਹੜਾ ਸੰਤ ਦਾ ਦੋਖੀ ਹੈ, ਜੇ ਉਸ ਨੂੰ ਕੋਈ ਹੋਰ ਕਹੇ ਵੀ ਮੈਂ ਇਸ ਨੂੰ ਰੱਖ ਲਿਆਉਂਗਾ, ਨਹੀਂ ਰੱਖ ਸਕਦਾ। ਜਿਸ ਸੰਤ ਦੀ ਨਿੰਦਾ ਕੀਤੀ, ਉਹ ਸੰਤ ਹੀ ਉਸ ਨੂੰ ਬਚਾ ਸਕਦਾ ਹੈ, ਕਿਉਂਕਿ ਸੰਤ ਨੇ ਉਸ ਨੂੰ क्षमा ਕਰ ਦੇਣੀ ਹੁੰਦੀ ਹੈ, ਉਸਦੇ ਕੀਤੇ ਪਾਪਾਂ ਨੂੰ क्षमा ਕਰ ਦੇਣਾ ਹੁੰਦਾ। ਜੇ ਦੂਜਾ ਕਹੇ ਵੀ ਮੈਂ ਤੈਨੂੰ ਰੱਖ ਲਏਗਾ, ਨਹੀਂ ਰੱਖ ਸਕਦਾ। ਨਾਨਕ ਸੰਤ ਭਾਵੈ ਤਾਂ ਲਿਓ ਬਾਰ। ਹਾਂ, ਜੇ ਸੰਤ ਕੋਲ ਆਉਂਦਾ, ਸ਼ਰਨ ਵਿੱਚ ਆਉਂਦਾ ਹੈ, ਸੰਤ ਨੂੰ ਭਾਵੇ ਅਤੇ ਉਸ ਨੂੰ ਉਬਾਰ ਲੈਂਦਾ ਹੈ। ਜੇ ਦੂਜਾ ਕਹੇ ਵੀ ਇਹ ਸੰਤ ਦੀ ਮੈਂ ਨਿੰਦਾ ਕਰੀ, ਦੂਜਾ ਕਹੇ ਮੈਂ ਤੈਨੂੰ ਉਬਾਰ ਲਵਾਂਗਾ, ਨਹੀਂ ਉਬਾਰ ਸਕਦਾ, ਕਿਉਂਕਿ ਉਹ ਸੰਤ ਉਸ ਨੂੰ ਮਾਫ ਕਰ ਦਿੰਦਾ ਹੈ। ਸੰਤ ਕਾ ਦੋਖੀ ਇਉਂ ਬਿਲ ਲਾਏ। ਸੰਤ ਦਾ ਦੋਖੀ ਕਿਵੇਂ ਬਿਲ ਲਾਉਂਦਾ ਹੈ? ਜਿਉਂ ਜਲ ਵਿਹੂਣ ਮਛਲੀ ਤੜਫੜਾਏ। ਇਹ ਹਾਲਤ ਹੋ ਜਾਂਦੀ ਜਿਵੇਂ
पानी चों बाहर मछली आ जाए, पानी तो बिना जीवन नहीं है, तड़पदी है। इदां ही संत दा दोखी भी विल लाउंदा है, पर वो परमेश्वर नूं नहीं मिल सकता। वो पछताउंदा है, दुख भोगदा है, विछोड़ा रहिंदा प्रभु दे नालों। संत का दोखी भूखा नहीं राजा। संत दा दोखी भूखा ही रहता है, तृप्त नहीं हो सकता, रज नहीं सकता, क्योंकि रजना किस ने है? मन ने। नाम दे नाल नाम उसनूं प्राप्त नहीं होना, संतोख उसनूं प्राप्त नहीं होना। इस करके वो रजदा नहीं, भुखा ही रहता है। कुछ भी आ जाए, किन्ना धन दौलत कुछ आ जाए उसके कोल, लेकिन उसके अंदर होर भुख लगती है, होर विलकदा है, होर विल लाउंदा है। ज्यों पावक इध नहीं तरापै। जिस तरह महाराज समझाते ने, अग है, आपां कही भी अग च बहुत सारा बालन पा दईए कि अग रज जाएगी, नहीं। जिन्ना बालन पा देवांगे उन्ना साड़ के सुआ कर देगी, होर बालन जाएगी, नहीं बुझेगा। इदां ही जिहड़े संत दोखी ने वो भुखे ही रहिंदे ने, जिन्ना मर्जी कुछ प्राप्त हो जाए तृप्त नहीं होंदे, उन्नी भुख वधदी जांदी है। संत का दोखी छुटा इकेला। संत का जिहड़ा दोखी है इकल्ला रह जाता है, संतां दे संग तो छुट जाता है, भले लोकां दे संग तो छुट जाता है, जमा दे वस पै जाता है। उसका कोई संग नहीं करता, क्योंकि उसके कोल कोई गुण नहीं है। किवें इकल्ला रहिंदा है? ज्यों बुआड़ तिल खेत माहे दोहेला। जिमें कोई समा होया करदा सी, अज भी होर पासे बीजदे होणगे तिल, लेकिन अपने पंजाब दे विच बहुत तिल बीजा करते सी। उस उन्हां इलाकिਆਂ ਦੇ ਵਿੱਚ जिथे रेता सी, ज़्यादा रेसली जमीन सी, मूंगफली बीजते सी, तिल बीजते सी। हुण तिल बीजण दा समा आउण वाला है, ते उन्हां तिलां दे विच कुछ क बूटे ऐसे होए करते सी कि बहुत वड्डे हो जाते सी, बड़े मल जाते, पर उन्हां नूं तिल नहीं सी लगदे, फल नहीं सी आउंदा। जदों फिर जिमींदार तिल वढ़दा सी, जिहड़ां नूं फल लग्या हुंदा सी, वो तिलां दे बूटे वढ़ लैंदा ते वो दूजे खेत 'च ही छड्ड आउंदा। उन्हां दी कीमत नहीं पैंदी, उन्हां दी कदर ना पैंदी। इदां ही जिहड़ा संत दा दोखी है उसकी हालत होंदी है, क्योंकि उसनूं कोई फल नहीं लगता, वो कल्ला ही रह जाता है। संत का दोखी धर्म ते रहत। संत का जिहड़ा दोखी है वो कदे भी धर्मी नहीं हो सकता, धर्म तो रहता है। धर्म दे विच की आउंदा है? सच्ची सुची किरत करनी, निमरता दे विच रहना, जत सत रखना, संतोख रखना, दया करनी, पर उसके कोल ऐसा कोई भी गुण नहीं प्राप्त होएगा। संत का दोखी सद मिथ्या कहत। ते वो झूठ की ही गल करेगा, सच दी, परमेश्वर दी, निरंकार दी, नाम की गल नहीं कर सकता, क्योंकि उसने संसार दियां बथेरियां गल्लां सुना देगा, कूड़ दियां गल्लां बहुत सुनाएगा, लेकिन प्रभु दी, नाम दी, सच दी गल नहीं कह सकता। किरत निंदक का धुर ही पिया। ते हुण समझाउंदे ने कि उसका निंदक की जिहड़ी किरत है ये परमेश्वर वालों ही पाई गई है। क्यों पाई गई है? क्योंकि पता नहीं किन्ने क माड़े कर्म करके पिछे वो इस जन्म दे विच आया है, किवें ठगी दे नाल ये जन्म प्राप्त किया है। बहुत सारे जीव ने जिवें ध्यान मार्ग दे विच किसी भी उहदे चों सिद्धे भी मनुख जन्म दे विच आ जांदे ने, जिथे ध्यान चलिया गया। जिवें आपां किसी जानवर नूं मार दईए, सप नूं मार दईए, चूहे नूं मार दईए, ते उसका ध्यान इंसान दे विच आ जाना, ते उसनूं अगला जन्म
ਮਨੁੱਖਾ ਜਨਮ ਮਿਲ ਜਾਂਦਾ ਹੈ। ਪਰ ਫਿਰ ਐਸੇ ਜੀਵਾਂ ਨੂੰ ਮਾਲਕ ਕੀ ਕਰਦਾ ਕਿ ਠੱਗੀ ਦੇ ਨਾਲ ਇਹ ਜਨਮ ਪਾ ਲਿਆ, ਉਹਨਾਂ ਨੂੰ ਨਿੰਦਾ ਦੇ ਵਿੱਚ ਲਾ ਦਿੰਦਾ ਹੈ, ਫਿਰ ਨਰਕਾਂ ਦੇ ਵਿੱਚ ਸਿੱਟਦਾ ਹੈ। ਇਸ ਕਰਕੇ ਉਹਦਾ ਜਿਹੜਾ ਪਰਮੇਸ਼ਰ ਵੱਲੋਂ ਹੀ ਕਿਰਤ ਪਈ ਹੈ। ਨਾਨਕ ਜੋ ਤਿਸ ਭਾਵੈ ਸੋਈ ਥੀਆ। ਜੋ ਪ੍ਰਭੂ ਨੂੰ ਪਾਉਂਦਾ ਉਹੀ ਹੁੰਦਾ ਹੈ, ਕਿਉਂਕਿ ਪ੍ਰਭੂ ਨੇ ਉਸ ਨੂੰ ਉਹਦੀ ਕਿਰਤ ਹੀ ਨਿੰਦਾ ਦੀ ਪਾ ਦਿੱਤੀ ਹੈ। ਇਸ ਕਰਕੇ ਫਿਰ ਉਹ ਨਿੰਦਾ ਹੀ ਕਰੇਗਾ, ਉਹ ਸੰਤਾਂ ਦੇ ਨਾਲ ਵੈਰ ਹੀ ਕਰੇਗਾ, ਕਿਉਂਕਿ ਉਸਨੇ ਫਿਰ ਨਰਕ ਭੋਗਣੇ ਨੇ। ਸੰਤ ਕਾ ਦੋਖੀ ਵਿਗੜ ਰੂਪ ਹੋ ਜਾਏ। ਜਿਹੜਾ ਸੰਤ ਦਾ ਦੋਖੀ ਹੈ ਉਹ ਵਿਗੜ ਰੂਪ ਹੋ ਜਾਂਦਾ ਹੈ, ਕਿਉਂਕਿ ਉਸਦਾ ਅਸਲੀ ਰੂਪ ਅਸਲੀ ਰੂਪ ਕੀ ਹੈ? ਸਾਡਾ ਪ੍ਰਕਾਸ਼। ਉਹ ਪ੍ਰਕਾਸ਼ ਨਹੀਂ ਹੋ ਸਕਦਾ, ਕਿਉਂਕਿ ਹਉਮੈ ਦੇ ਵਿੱਚ ਹੈ, ਉਸ ਦੀ ਮੱਤ ਮੈਲੀ ਹੈ, ਇਸ ਕਰਕੇ ਉਹ ਵਿਗੜ ਰੂਪ ਹੈ। ਇਸੇ ਕਰਕੇ ਉਹ ਨਿੰਦਾ ਵੀ ਕਰਦਾ ਹੈ। ਜਿਨ੍ਹਾਂ ਦਾ ਮਨ ਪ੍ਰਕਾਸ਼ ਹੋ ਜਾਂਦਾ ਹੈ ਉਹ ਕਿਸੇ ਦੀ ਨਿੰਦਾ ਨਹੀਂ ਕਰਦੇ। ਸੰਤ ਕੇ ਦੋਖੀ ਕੋ ਦਰਗਾਹ ਮਿਲੇ ਸਜਾਏ। ਫਿਰ ਐਸੇ ਦੋਖੀਆਂ ਨੂੰ ਦਰਗਾਹ ਦੇ ਵਿੱਚ ਸਜ਼ਾ ਮਿਲਦੀ ਹੈ, ਕਿਉਂਕਿ ਉੱਥੇ ਕਿਸੇ ਨੇ ਸਮਾਉਣਾ ਸੀ ਜਾ ਕੇ ਪ੍ਰਕਾਸ਼ ਨੇ। ਪ੍ਰਕਾਸ਼ ਤਾਂ ਹੈ ਨਹੀਂ, ਉਹ ਤਾਂ ਅਸਥੂਲ ਹੈ ਹਉਮੈ ਦੇ ਵਿੱਚ। ਫਿਰ ਜੰਮ ਪਕੜ ਕੇ ਉਸ ਨੂੰ ਚਲਾਏ ਜਾਂਦੇ ਤੇ ਸਜ਼ਾ ਮਿਲਦੀ ਹੈ। ਸੰਤ ਕਾ ਦੋਖੀ ਸਦਾ ਸਹਿਕਾਈਐ। ਐਸੀ ਸਜ਼ਾ ਮਿਲਦੀ ਹੈ, ਐਸੀਆਂ ਜੂਨਾਂ ਦੇ ਵਿੱਚ ਪਾ ਦਿੰਦੇ ਨੇ ਜਿਹੜੇ ਹਰ ਸਮੇਂ ਡਰਦੇ ਰਹਿੰਦੇ ਨੇ। ਜਿਵੇਂ ਆਪਾਂ ਦੇਖਦੇ ਹਾਂ ਪਤਾਲ ਲੋਕ ਹੈ, ਪਾਣੀ ਦੇ ਵਿੱਚ ਜਾਨਵਰ ਨੇ, ਸਾਰੇ ਇਕੱਠੇ ਰਹਿੰਦੇ ਨੇ। ਬੜਾ ਜਾਨਵਰ ਛੋਟੇ ਨੂੰ ਖਾ ਜਾਂਦਾ ਹੈ, ਬੜੀ ਮੱਛੀ ਛੋਟੀ ਮੱਛੀ ਨੂੰ ਖਾ ਜਾਂਦੀ ਹੈ। ਇਸ ਕਰਕੇ ਹਰ ਸਮੇਂ ਆਪਣੀ ਜਾਨ ਦਾ ਫਿਕਰ ਲੱਗਿਆ ਰਹਿੰਦਾ ਹੈ। ਆਪਣੀ ਜਾਨ ਬਚਾਉਂਦੇ ਉੱਧਰ ਉੱਧਰ ਨੂੰ ਭੱਜਦੇ ਰਹਿੰਦੇ ਨੇ ਛੋਟੇ ਜਾਨਵਰ, ਕਿਉਂਕਿ ਵੱਡੇ ਛੋਟਿਆਂ ਨੂੰ ਖਾ ਜਾਂਦੇ ਨੇ। ਤੇ ਵੱਡੇ ਕਿੱਡੇ ਹੋ ਸਕਦੇ ਨੇ? ਇੱਥੇ ਤੱਕ ਜਿੱਥੇ ਜ਼ਿਆਦਾ ਵੱਡੇ ਪਾਣੀ ਹੈ, ਜੰਗਲਾਂ ਦੇ ਵਿੱਚ ਮਗਰਮੱਛ ਵੀ ਹੁੰਦੇ ਨੇ ਜਿਹੜੇ ਵੱਡੇ ਵੱਡਿਆਂ ਨੂੰ ਖਾ ਜਾਂਦੇ ਨੇ। ਇਸ ਕਰਕੇ ਸਮਝਾਉਂਦੇ ਨੇ ਕਿ ਸਦਾ ਡਰ ਦੇ ਵਿੱਚ ਹੀ ਰਹਿੰਦੇ ਨੇ। ਸੰਤ ਕਾ ਦੋਖੀ ਨਾ ਮਰੈ ਨਾ ਜੀਵਾਈਐ। ਕਿਹੋ ਜਿਹੀ ਹਾਲਤ ਹੋ ਜਾਂਦੀ ਹੈ, ਨਾ ਮਰਦਾ ਤੇ ਨਾ ਜੀਵਨ। ਕਿਉਂਕਿ ਕਾਹਦਾ ਜੀਵਨ ਹੈ ਜੇ ਭੈ ਦੇ ਵਿੱਚ ਰਹਿੰਦਾ ਹੈ। ਇੱਥੇ ਵੀ ਡਰਦਾ ਰਹਿੰਦਾ ਹੈ ਤੇ ਅੱਗੇ ਵੀ ਫਿਰ ਉਸ ਨੂੰ ਨਰਕ ਭੋਗਦਾ ਹੈ। ਉੱਥੇ ਫਿਰ ਉਸਦਾ ਜੀਵਨ ਹਰ ਸਮੇਂ ਭੈ ਦੇ ਵਿੱਚ ਹੀ ਰਹਿੰਦਾ ਹੈ। ਸੰਤ ਕਾ ਦੋਖੀ ਕੀ ਪੁਜੈ ਨਾ ਆਸਾ। ਸੰਤ ਦੇ ਦੋਖੀ ਦੀ ਆਸਾ ਪੂਰੀ ਨਹੀਂ ਹੁੰਦੀ। ਕਿਹੜੀ? ਜਿਸ ਆਸਾ ਦੇ ਵਾਸਤੇ ਆਪਾਂ ਆਏ ਹਾਂ ਸੰਸਾਰ ਦੇ ਵਿੱਚ, ਪ੍ਰਭੂ ਨੂੰ ਮਿਲਣ ਦੇ ਵਾਸਤੇ। ਉਹਨੂੰ ਕਦੇ ਵੀ ਪ੍ਰਭੂ ਮਿਲਾਪ ਨਹੀਂ ਹੁੰਦਾ। ਸੰਤ ਕਾ ਦੋਖੀ ਉੱਠ ਚਲੇ ਨਿਰਾਸਾ। ਇੱਥੋਂ ਨਿਰਾਸ਼ ਹੀ ਚਲੇ ਜਾਂਦਾ ਹੈ। ਜਿਸ ਕਾਰਜ ਵਾਸਤੇ ਆਇਆ ਸੀ ਉਹ ਕਾਰਜ ਨਾ ਹੋਇਆ। ਜਿਵੇਂ ਆਪਾਂ ਕਿਤੇ ਜਾਈਏ ਕੋਈ ਕਾਰਜ ਕਰਨ ਵਾਸਤੇ, ਸਾਡਾ ਕਾਰਜ ਨਹੀਂ ਹੁੰਦਾ, ਅਸੀਂ ਨਿਰਾਸ਼ ਵਾਪਸ ਆ ਜਾਂਦੇ ਹਾਂ। ਇੱਦਾਂ ਜੋ ਹੈ ਮਨੁੱਖ ਜਨਮ ਦੇ ਵਿੱਚ ਜੀਵ ਆਇਆ ਹੈ ਉਹ ਪ੍ਰਭੂ ਨੂੰ ਮਿਲਣ ਵਾਸਤੇ ਆਇਆ ਹੈ, ਪਰ ਉਸਦਾ ਉਹ ਆਸ਼ਾ ਪੂਰੀ ਨਹੀਂ ਹੁੰਦੀ, ਨਿਰਾਸ਼ ਹੀ ਜਾਂਦਾ ਹੈ। ਸੰਤ ਕੇ ਦੋਖ ਨਾ ਤ੍ਰਿਸ਼ਟੈ ਕੋਇ। ਸੰਤ ਦਾ ਜਿਹੜਾ ਦੋਖੀ ਹੈ ਕੋਈ ਵੀ ਉਸ ਨੂੰ ਨਹੀਂ ਬਚਾ ਸਕਦਾ, ਕਿਉਂਕਿ ਜੋ ਸੰਤ ਦੇ ਨਾਲ ਵੈਰ ਕੀਤਾ ਕੋਈ ਉਸ ਦਾ ਤੋੜ ਨਹੀਂ ਹੈ, ਕੋਈ ਉਸ ਦੀ ਘਾਟ ਨਹੀਂ ਹੈ। ਜੈਸਾ ਭਾਵੈ ਤੈਸਾ ਕੋਈ ਹੋਏ। ਜਿਹਾ ਜਿਹਾ ਉਸਨੇ ਕੀਤਾ ਹੈ ਉਹ ਜਿਹਾ ਹੁੰਦਾ ਹੈ। ਪਿਆ ਕਿਰਤ ਨਾ ਮੇਟੈ ਕੋਇ। ਇਸ ਕਰਕੇ ਉਸ ਦੀ ਕਿਰਤ ਹੀ ਐਸੀ ਕੋਈ ਮੇਟ ਨਹੀਂ ਸਕਦਾ। ਜਿਹੜਾ ਸੰਤ ਦੋਖੀ ਹੈ ਉਸ ਨੂੰ ਕੋਈ ਬਚਾ ਨਹੀਂ ਸਕਦਾ, ਕੋਈ ਛੁਡਾ ਨਹੀਂ ਸਕਦਾ, ਕਿਉਂਕਿ ਪਰਮੇਸ਼ਰ ਨੇ ਉਸ ਦੀ ਕਿਰਤ ਹੀ ਐਸੀ ਪਾਈ ਹੈ। ਨਾਨਕ ਜਾਣੈ ਸੱਚਾ ਸੋਇ। ਪਰ ਇਹ ਤਾਂ ਪਰਮੇਸ਼ਰ ਆਪ ਹੀ ਜਾਣਦਾ ਹੈ ਕਿਉਂ ਉਸ ਨੂੰ ਐਸੀ ਸਜ਼ਾ ਲਾਈ ਹੈ, ਕਿਉਂ ਉਸ ਨੂੰ ਐਸੀ ਕਿਰਤ ਪਾਈ ਹੈ ਕਿ ਉਸਨੇ
निंदा करनी है संतां दी, ये प्रभु जानदा है। सब घट तिसके ओ करना हार, सारे घट उसदे ने, सारिਆਂ ਵਿੱਚ आ वसदा है, सारे ते करन वाला आ परमेश्वर है। सदा सदा तिसको नमस्कार। हुण जिन्हां नूं दया करदा है ਉਹ ਫਿਰ ਉਸ ਨੂੰ ਸਦਾ ਨਮਸਕਾਰ ਕਰਦੇ ਨੇ। ਜਿਹੜੇ ਸੰਤ ਜਨ ਨੇ ਉਹਨਾਂ ਨੂੰ ਤਾਂ ਭੇਤ ਹੈ ਕਿ ਸਾਰਿਆਂ ਦੇ ਵਿੱਚ ਵਸਦਾ ਹੈ। ਘਟ ਘਟ ਮੈਂ ਹਰ ਜੂ ਵਸੈ, ਸੰਤਨ ਕਹਿਓ ਪੁਕਾਰ, ਕਹੋ ਨਾਨਕ ਤੇ ਭਜ ਮਨਾ, ਪਉ ਨਿਧ ਉਤਰੈ ਪਾਰ। ਇਸ ਕਰਕੇ ਸੰਤ ਤਾਂ ਉਸ ਪ੍ਰਭੂ ਨੂੰ ਹੀ ਸਦਾ ਨਮਸਕਾਰ ਕਰਦੇ ਨੇ, ਕਿਉਂਕਿ ਉਹ ਜਾਣਦੇ ਨੇ ਕਿ ਸਾਰਿਆਂ ਦੇ ਅੰਦਰ ਹੈ, ਕੋਈ ਵੀ ਖਾਲੀ ਨਹੀਂ ਹੈ। ਪ੍ਰਭ ਕੀ ਉਸਤਤ ਕਰੋ ਦਿਨ ਰਾਤ। ਫਿਰ ਐਸੇ ਜੀਵ ਜਿਨ੍ਹਾਂ ਨੂੰ ਜਨਾ ਦਿੰਦਾ ਹੈ ਘਟ ਘਟ ਦੇ ਵਿੱਚ ਆਪਾ ਜਨਾ ਦਿੰਦਾ ਹੈ, ਉਹ ਫਿਰ ਪ੍ਰਭੂ ਦੀ ਉਸਤਤ ਕਰਦੇ ਨੇ ਦਿਨ ਰਾਤ। ਤਿਸੈ ਧਿਆਵੋ ਸਾਸ ਗਰਾਸ। ਉਸ ਨੂੰ ਸਾਸ ਗਰਾਸ, ਜਿੱਥੋਂ ਸਵਾਸ ਅੰਦਰ ਜਾਂਦਾ ਬਾਹਰ ਆਉਂਦਾ, ਉੱਥੇ ਆਪ ਧਿਆਉਂਦੇ ਨੇ। ਉਸਦੇ ਚਰਨਾਂ ਉੱਥੇ ਨਮਸਕਾਰ ਹੁੰਦੀ ਹੈ ਪ੍ਰਭੂ ਨੂੰ। ਇਸ ਪੁਆਇੰਟ 'ਤੇ ਜਦੋਂ ਮਨ ਨਿਭਦਾ ਹੈ, ਇੱਥੇ ਧਿਆਉਣਾ ਹੈ, ਇੱਥੇ ਹੀ ਨਮਸਕਾਰ ਹੈ। ਸਭ ਕੁਛ ਵਰਤੈ ਤਿਸ ਕਾ ਕੀਆ। ਜੋ ਵੀ ਵਰਤਦਾ ਉਸੇ ਦਾ ਕੀਤਾ ਵਰਤਦਾ ਹੈ। ਜੈਸਾ ਕਰੇ ਤੈਸਾ ਕੁਥੀਆ। ਜਿਹੋ ਜਿਹਾ ਕਰਦਾ ਉਹ ਐਸਾ ਹੁੰਦਾ ਹੈ। ਕਿਉਂਕਿ ਜਦੋਂ ਗਿਆਨ ਹੋ ਜਾਂਦਾ, ਸਾਨੂੰ ਪਤਾ ਚੱਲ ਜਾਂਦਾ ਹੈ ਕਿ ਉਸੇ ਦੀ ਮੌਜ ਹੈ, ਉਹੀ ਕਰਨ ਕਰਾਉਣ ਵਾਲਾ ਹੈ। ਜੇ ਮਾੜਾ ਕਰਾਉਂਦਾ ਉਹ ਵੀ, ਜੇ ਕੋਈ ਨਿੰਦਾ ਕਰਦਾ ਉਸ ਤੋਂ ਹੀ ਕਰਵਾਉਂਦਾ ਹੈ। ਪਰ ਉਸਨੇ ਕਿਉਂ ਲਾਈ? ਉਸਦੇ ਪਿਛਲੇ ਕਰਮਾਂ ਕਰਕੇ। ਜੇ ਕੋਈ ਕਿਸੇ ਦੀ ਉਸਤਤ ਕਰਦਾ ਉਹ ਵੀ ਉਹੀ ਕਰਾਉਂਦਾ। ਜੇ ਕੋਈ ਪ੍ਰਭੂ ਦੀ ਉਸਤਤ ਕਰਦਾ ਫਿਰ ਵੀ ਉਹੀ ਕਰਾਉਂਦਾ। ਪਰ ਪ੍ਰਭੂ ਦੀ ਉਸਤਤ ਤੇ ਸੰਸਾਰ ਦੀ ਉਸਤਤ ਦੇ ਵਿੱਚ ਫਰਕ ਹੈ। ਜਿਹੜਾ ਪਰਮੇਸ਼ਰ ਦੀ ਉਸਤਤ ਹੈ ਉਹ ਅੰਮ੍ਰਿਤ ਹੈ, ਉਹ ਅੰਮ੍ਰਿਤ ਵਚਨ ਨੇ। ਜਿਹੜੀ ਪ੍ਰਭੂ ਤੋਂ ਬਿਨਾਂ ਹੋਰ ਦੀ ਉਸਤਤ ਹੈ, ਨਾਮ ਤੋਂ ਬਿਨਾਂ ਹੋਰ ਦੀ ਸਿਫਤ ਸਲਾਹ ਹੈ, ਉਹ ਫਿੱਕਾ ਬੋਲਣਾ ਹੈ। ਬਿਨ ਨਾਵੈ ਹੋਰ ਸਲਾਹਣਾ, ਸਭ ਬੋਲਣ ਫਿੱਕਾ ਸਾਧ। ਆਪਣਾ ਖੇਲ ਆਪ ਕਰਨਾ ਹਾਰ। ਆਪਣਾ ਖੇਲ ਹੈ, ਆਪ ਕਰਨੇ ਹਾਰ ਹੈ। ਦੂਸਰ ਕੌਣ ਕਹੇ ਵਿਚਾਰ। ਇਸ ਕਰਕੇ ਦੂਜਾ ਕੋਈ इसदे बारे कह नहीं सकता। आप प्रभु अपने जनां द्वारा अपना भेद दा दे सकता है, क्योंकि जे उसनूं पा जावे, ਜਿਹੜੇ ਉਸਨੂੰ ਜਿਨ੍ਹਾਂ ਨੂੰ ਪ੍ਰਗਟ ਹੋ ਜਾਂਦਾ, ਜਿਹੜੇ ਉਸਦੀ ਉਸਤਤ ਕਰਦੇ ਨੇ, ਜਿਹੜੇ ਉਸਨੂੰ ਨਮਸਕਾਰ ਕਰਦੇ ਨੇ, ਜਿਹੜੇ ਸਵਾਸ ਗਰਾਸ 'ਤੇ ਆਉਂਦੇ ਨੇ, ਉਸ ਦੇ ਬਾਰੇ ਵਿਚਾਰ ਕਰ ਸਕਦੇ ਨੇ। ਕਿਉਂਕਿ ਆਪ ਉਹਨਾਂ ਤੋਂ ਕਰਵਾਉਂਦਾ, ਆਪ ਉਹਨਾਂ ਦੀ ਰਸਨਾ 'ਤੇ ਬੈਠ ਕੇ ਬੋਲਦਾ ਹੈ, ਆਪ ਇਸ ਕਰਮ ਦੇ ਵਿੱਚ ਲਾਉਂਦਾ ਹੈ। ਦੂਜਾ ਨਹੀਂ ਕਰ ਸਕਦਾ। ਜਿਸਨੂੰ ਕਿਰਪਾ ਕਰੇ ਤਿਸ ਆਪਨ ਨਾਮ ਦੇ। ਜਿਸਨੂੰ ਕਿਰਪਾ ਕਰਦਾ ਉਸਨੂੰ ਆਪਣਾ ਨਾਮ ਬਖਸ਼ਿਸ਼ ਕਰਦਾ, ਆਪਣਾ ਨਾਮ ਦਾ ਖਜ਼ਾਨਾ ਬਖਸ਼ਿਸ਼ ਕਰ ਦਿੰਦਾ ਹੈ। ਬੜਭਾਗੀ ਨਾਨਕ ਜਨ ਸੇ। ਉਹ ਬੜਭਾਗੀ ਨੇ ਉਹ ਜਨ ਪ੍ਰਭੂ ਦੇ ਮਹਾਰਾਜ ਸਮਝਾਉਂਦੇ ਨੇ। ਐਸੇ ਜਨਾਂ ਦੀ ਜੇ ਸੰਗ ਕਰਾਂਗੇ ਸਾਡਾ ਉਧਾਰ ਹੋ ਜਾਂਦਾ ਹੈ। ਜੇ ਐਸੇ ਜਨਾਂ ਦੀ ਨਿੰਦਾ ਕਰਾਂਗੇ ਤੇ ਫਿਰ ਆਪਾਂ ਵਿਚਾਰ ਕੇ ਆਏ ਹਾਂ ਕੀ ਹਾਲਤ ਹੁੰਦੀ ਹੈ। ਸੋ ਆਓ ਗੁਰੂ ਪਿਆਰਿਓ, ਆਓ ਥੋੜ੍ਹਾ ਸਮਾਂ ਆਪਾਂ ਧਿਆਈਏ, ਪ੍ਰਭੂ ਨੂੰ ਨਮਸਕਾਰ ਕਰੀਏ, ਸਵਾਸ ਗਰਾਸ ਧਿਆਈਏ। ਕਿਵੇਂ ਧਿਆਉਣਾ ਹੈ? ਦੋਨਾਂ ਨੇਤਰਾਂ ਨੂੰ ਇਸ ਪੁਆਇੰਟ 'ਤੇ ਸਮ ਕਰਨਾ ਹੈ, ਜਿੱਥੋਂ ਸਵਾਸ ਆਉਂਦਾ ਹੈ ਬਾਹਰ, ਇੱਥੇ ਧਿਆਉਣਾ ਹੈ। ਕਿਉਂਕਿ ਜੇ ਆਪਾਂ ਸਵਾਸ ਗਰਾਸ 'ਤੇ ਆਵਾਂਗੇ ਪ੍ਰਭੂ ਨੂੰ ਪਾਉਂਦੇ ਹਾਂ। ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੇ। ਇੱਥੇ ਬੋਲਣਾ ਨਹੀਂ ਹੁੰਦਾ, ਧਿਆਉਣਾ ਹੈ। ਹਰੀ ਪਰਮੇਸ਼ਰ ਸਭ ਦੇ ਸਾਹਮਣੇ ਹੈ। ਆਪਾਂ ਇੱਧਰ ਨੂੰ ਚੱਲਦੇ, ਲੇਕਿਨ ਆਪਾਂ ਅੰਤਰਗਤ ਇਸ ਰਸਤੇ ਨੂੰ ਜਾਣਾ ਹੈ। ਸੋ ਆਓ ਪਹਿਲਾਂ ਨੇਤਰ ਸਮ ਕਰੀਏ, ਆਪਣੇ ਆਪ ਨੂੰ ਪਹਿਚਾਣੀਏ, ਆਪਣੇ ਆਪ ਨੂੰ ਪਰਖੀਏ, ਦੇਖੀਏ।
ਧਿਆਨ ਨੀਚੇ ਲੈ ਜਾਓ, ਬਿਲਕੁਲ ਰਿਲੈਕਸ, ਜ਼ੋਰ ਨਹੀਂ ਲਗਾਉਣਾ। ਜਦੋਂ ਨੀਚੇ ਧਿਆਨ ਲਾਉਂਦੇ ਇਸ ਪੁਆਇੰਟ ਨੂੰ ਛੱਡ ਦੇਣਾ ਹੈ, ਇਹ ਨਹੀਂ ਨਾਲ ਦੇਖਣਾ, ਕਿਉਂਕਿ ਇਹਨੂੰ ਵੀ ਨਾਲ ਦੇਖਾਂਗੇ ਤੇ ਦੋ ਦੋ ਦਿਸਣੇ ਸ਼ੁਰੂ ਹੋ ਜਾਣਗੇ। ਇਸ ਕਰਕੇ ਇੱਥੇ ਆਏ, ਇਹ ਦਰ 'ਤੇ ਆਏ, ਸਮ ਕੀਤਾ ਤੇ ਜਦੋਂ ਨੀਚੇ ਚਲੇ ਗਏ ਇਸ ਪੁਆਇੰਟ ਨੂੰ ਛੱਡ ਦੇਣਾ ਹੈ, ਕਿਉਂਕਿ ਨਾਲ ਅਸੀਂ ਇਸ ਨੂੰ ਦੇਖਦੇ ਦੋ ਦੋ ਦਿਸਦੇ, ਜ਼ਿਆਦਾ ਜ਼ੋਰ ਲਾਉਂਦੇ ਹਾਂ ਤੇ ਸਾਨੂੰ ਥੱਲੇ ਪਈ ਚੀਜ਼ ਬਹੁਤ ਨੇੜੇ ਇੱਦਾਂ ਲੱਗਦੀ ਹੈ, ਬਿਲਕੁਲ ਨੇੜੇ ਆ ਗਈ, ਉੱਪਰ ਉੱਠ ਗਈ। ਕਿਉਂਕਿ ਅਸੀਂ ਜਿਵੇਂ ਕੈਮਰੇ ਹੁੰਦੇ ਨੇ, ਫੋਟੋ ਕੈਮਰੇ, ਮੂਵੀ ਕੈਮਰੇ, ਜਿਨ੍ਹਾਂ ਨੂੰ ਆਪਾਂ ਬਹੁਤ ਨੇੜੇ ਲੈ ਆਉਂਦੇ ਹਾਂ, ਜ਼ਿਆਦਾ ਫੋਕਸ ਕਰ ਲੈਂਦੇ ਹਾਂ, ਇੱਦਾਂ ਹੀ ਆਪਣਾ ਧਿਆਨ ਹੈ। ਜੇ ਆਪਾਂ ਜ਼ਿਆਦਾ ਜ਼ੋਰ ਲਗਾ ਲੈਂਦੇ ਉਸ ਨੂੰ ਨੇੜੇ ਖਿੱਚ ਲੈਂਦੇ ਹਾਂ। ਸੋ ਇਸ ਕਰਕੇ ਰਿਲੈਕਸ ਦੇਖਣਾ, ਬਿਲਕੁਲ ਰਿਲੈਕਸ। ਜਦੋਂ ਨੀਚੇ ਦੇਖਣਾ, ਇਹ ਨੱਕ ਦੇ ਪੁਆਇੰਟ ਨੂੰ ਆਪਾਂ ਛੱਡ ਦੇਣਾ ਹੈ। ਫਿਰ ਸਮ ਕਰਕੇ ਦੇਖੀਏ ਆਪਣੇ ਆਪ ਨੂੰ। बिल्कुल रिलैक्स देखना है नीचे। सामने लेके आइए ध्यान।
ਮਸਤਕ ਦੇ ਸਾਹਮਣੇ ਲੈ ਜਾਓ, ਪਲਕਾਂ ਉੱਤੇ ਚੁੱਕ ਦਿਓ, ਧਿਆਨ ਨੂੰ ਮਸਤਕ ਦੇ ਸਾਹਮਣੇ ਲੈ ਜਾਓ। फिर सामने लेके आइए ध्यान। नीचे ले जाओ ध्यान। सम करके अपने आप को देखिए। वाहिगुरु जी का खालसा, वाहिगुरु जी की फतेह। सो गुरमुख प्यारिओ, इस तरीके दे नाल आपां उस प्रभु नूं ध्याना है, सवास ग्रास ध्याना है ते उसकी सिफत सलाह नूं सुनना है, सिफत सलाह नूं करना है, उस्तत करनी है प्रभु दी जिन्ना क सानू। क्योंकि आपां जदों विचारांगे ध्यान ला के उस प्रभु दे विच, आप ही सानू ज्ञान बख्शदा है। फिर
बस आप इन्ना सोचना है कि मैं नहीं कुछ करता, मैं नहीं बोलता, तू बुलाਉਂਦਾ है। ਜਿਉਂ ਤੂੰ ਬੁਲਾਏ ਤਿਉਂ ਬੋਲਣਾ ਸੁਆਮੀ। ਜਿਵੇਂ ਤੂੰ ਬੁਲਾਉਂਦਾ ਉਵੇਂ ਅਸੀਂ ਬੋਲਦੇ, ਅਸੀਂ ਨਹੀਂ ਬੋਲਦੇ। ਅਸੀਂ ਤਾਂ ਤੇਰੇ ਕੂਕਰ ਹਾਂ, ਅਸੀਂ ਤਾਂ ਤੇਰੇ ਚਾਕਰ ਹਾਂ। ਫਿਰ ਆਪ ਆਪਣੀ ਉਸਤਤ ਕਰਵਾਉਂਦਾ ਹੈ, ਆਪ ਆਪਣੀ ਸਿਫਤ ਸਲਾਹ ਕਰਵਾਉਂਦਾ ਹੈ। ਸੋ ਆਓ ਗੁਰਮੁਖ ਪਿਆਰਿਓ, ਇੰਨੀ ਕੁ ਵਿਚਾਰ ਕਰਦੇ ਹਾਂ, ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।